ਅਤੇ ਦੁਸ਼ਟ ਆਤਮਾ ਦੇ ਨਾਲ ਹੁੰਦੀ ਹੈ ਜੋ ਸੁਰਗੀ ਥਾਵਾਂ ਵਿੱਚ ਹਨ। ਮਿਹਰਬਾਨੀ। ਪ੍ਰਭੂ ਯਿਸੂ ਮਸੀਹ ਹਰ ਵਾਰ ਦੀ ਤਰ੍ਹਾਂ ਅੱਜ ਫਿਰ ਇੱਕ ਵਾਰ ਖੁਦਾਵੰਦ ਸਭਾ ਦੇ ਵਿੱਚ ਤੇਰੇ ਵਚਨ ਪੜ੍ਹੇ ਗਏ ਨੇ। ਆਮੀਨ। ਤੇ ਮੰਗਦੇ ਹਾਂ ਕਿ ਇਹਨਾਂ ਦਾ ਪ੍ਰਕਾਸ਼ਨ ਤੇ ਅਨੁਵਾਦ ਤੇਰਾ ਪਵਿੱਤਰ ਆਤਮਾ ਕਰੇ। ਆਮੀਨ। ਯਸ ਖੁਦਾ। ਕਿਉਂਕਿ ਪਵਿੱਤਰ ਆਤਮਾ ਦੁਆਰਾ ਲਿਖੇ ਗਏ ਵਚਨ ਨੇ ਤੇ ਪਵਿੱਤਰ ਆਤਮਾ ਹੀ ਅੱਜ ਇਹਨਾਂ ਨੂੰ ਸਾਡੇ ਸਾਹਮਣੇ ਖੋਲ ਦੇਵੇਗੀ। ਯਿਸੂ ਮਸੀਹ ਦੇ ਨਾਮ 'ਚ ਆਮੀਨ। ਬੈਠ ਸਕਦੇ ਹੋ। ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਸਾਰਿਆਂ ਨੂੰ ਜੈ ਮਸੀਹ ਕੀ। ਜੈ ਮਸੀਹ ਕੀ। ਧੰਨਵਾਦ ਕਰਦੇ ਹਾਂ ਖੁਦਾ ਦਾ ਫਿਰ ਇੱਕ ਵਾਰ ਉਸਨੇ ਸਾਨੂੰ ਸਮਾਂ ਦਿੱਤਾ ਕਿ ਅਸੀਂ ਇਸ ਘਰ ਦੇ ਵਿੱਚ ਸਭਾ ਦੇ ਵਿੱਚ ਖੁਦਾ ਦੇ ਵਚਨ ਦੇ ਨਾਲ ਸੰਗਤ ਕਰ ਸਕੇ। ਪ੍ਰਭੂ ਉਸ ਬੇਟੇ ਨੂੰ ਬੇਹੱਦ ਬਰਕਤ ਦੇਵੇ ਜਿਹਦੀ ਬਦੌਲਤ ਜਿਨੇ ਆਪਣੇ ਜਨਮ ਦਿਨ ਦੇ ਉੱਤੇ ਇੱਕ ਸਭਾ ਰੱਖੀ ਹੈ। ਖੁਸ਼ੀ ਹੁੰਦੀ ਹੈ ਕਿ ਜਦ ਲੋਕ ਜਨਮ ਦਿਨਾਂ ਦੇ ਉੱਪਰ ਅਲੱਗ-ਅਲੱਗ ਤਰ੍ਹਾਂ ਦੇ ਪਾਰਟੀਆਂ ਵਗੈਰਾ ਕਰਦੇ ਨੇ, ਲੇਕਿਨ ਖੁਦਾ ਦਾ ਰਹਿਮ ਹੈ ਕਿ ਖੁਦਾ ਦੇ ਬੱਚੇ ਖੁਦਾ ਦੇ ਵਚਨ ਨੂੰ ਸੁਣਦੇ ਨੇ। ਆਮੀਨ। ਹਾਲੇਲੂਇਆ। ਹਾਲੇਲੂਇਆ। ਔਰ ਉਹ ਸਾਰਾ ਖਰਚ ਕੀਤਾ ਭੁੱਲ ਜਾਂਦਾ ਹੈ ਜਦੋਂ ਅਸੀਂ ਵਚਨ ਨੂੰ ਸੁਣ ਲੈਂਦੇ ਹਾਂ। ਆਮੀਨ। ਔਰ ਇਹ ਸਾਡੇ ਮਨ ਦੇ ਵਿੱਚ ਹੁੰਦਾ ਹੈ ਕਿ ਅੱਛਾ ਹੋਇਆ ਕਿ ਭੈਣ ਭਰਾ ਆਏ ਤੇ ਖੁਦਾ ਦੇ ਵਚਨ ਨੂੰ ਉਹਨਾਂ ਨੇ ਸੁਣਿਆ। ਆਮੀਨ। ਤੋ ਚੱਲਦੇ ਹਾਂ ਅਸੀਂ ਖੁਦਾ ਦੇ ਵਚਨ ਦੇ ਵੱਲ। ਮੈਂ ਅੱਜ ਇਸ ਸੰਦੇਸ਼ ਨੂੰ ਇੱਕ ਟਾਈਟਲ ਦੇਣਾ ਚਾਹਾਂਗਾ, ਵੈਰੀ ਨਾਲ ਜਾਣ ਪਹਿਚਾਨ। ਵੈਰੀ ਦੇ ਨਾਲ ਜਾਣ ਪਹਿਚਾਨ। ਹਾਂਜੀ, ਵੈਰੀ ਨਾਲ ਜਾਣ ਪਹਿਚਾਨ। ਵੈਰੀ ਦੇ ਨਾਲ ਜਾਣ ਪਹਿਚਾਨ। ਤੋ ਚੱਲਦੇ ਹਾਂ ਅਸੀਂ ਖੁਦਾ ਦੇ ਵਚਨ ਦੇ ਵੱਲ ਕਿ ਅਫਸੀਆਂ ਦੇ ਵਿੱਚ ਪੌਲਸ ਕੁਝ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੈ। ਇੱਕ ਵਾਰ ਫਿਰ ਪੜ੍ਹ ਦਈਏ। ਮੁੱਕਦੀ ਗੱਲ ਪ੍ਰਭੂ ਵਿੱਚ ਅਤੇ ਉਹਦੀ ਸ਼ਕਤੀ ਦੇ ਪਰਾਕਰਮ ਵਿੱਚ। ਹਾਲੇਲੂਇਆ। 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 ਸਭ ਤੋਂ ਪਹਿਲਾਂ ਕੀ ਹੋਵੇ ਵੀ ਪ੍ਰਭੂ ਵਿੱਚ ਤਕੜੇ ਹੋ, ਕਿਉਂਕਿ ਤੁਹਾਡਾ ਵੈਰੀ ਤੁਹਾਡੇ ਸਾਹਮਣੇ ਉਹ ਕਹਿੰਦਾ ਲੈ ਕੇ ਆ ਰਿਹਾ ਮੈਂ, ਤੇ ਉਹਦੇ ਨਾਲੋਂ ਤੁਹਾਡੇ ਵੈਰੀ ਦੇ ਨਾਲੋਂ ਤੁਹਾਡੇ ਕੋਲੋਂ ਕੁਝ ਤਾਕਤ ਦਾ ਹੋਣਾ, ਕੁਝ ਸ਼ਕਤੀ ਦਾ ਹੋਣਾ ਜ਼ਰੂਰੀ ਹੈ, ਕੁਝ ਪਾਵਰ ਦਾ ਹੋਣਾ। ਹਾਲੇਲੂਇਆ। ਹਾਲੇਲੂਇਆ। ਹਾਂਜੀ, ਅੱਗੇ ਪੜ੍ਹੀਏ। ਖੁਦਾ ਦੇ ਸਾਰੇ ਸ਼ਸਤਰ ਬਸਤਰ ਧਾਰੋ। ਹਾਂ ਭਾਈ, ਤੁਹਾਡਾ ਵੈਰੀ ਆ ਰਿਹਾ ਵਾ, ਇਸ ਕਰਕੇ ਉਹਦੇ ਆਉਣ ਤੋਂ ਪਹਿਲਾਂ ਤਿਆਰੀ ਕਰ ਲਵੋ। ਆਪ ਸਾਰੇ ਸ਼ਸਤਰ ਬਸਤਰ ਜਿਹੜੇ ਨੇ ਤੁਸੀਂ ਲੈ ਲਵੋ। ਸ਼ਸਤਰ ਵੀ ਤੇ ਕੁਝ ਪਹਿਨਣ ਵਾਸਤੇ ਵੀ ਹੁੰਦੇ ਨੇ, ਧਿਆਨ 'ਚ ਰੱਖਿਓ। ਕਿਉਂਕਿ ਜਦੋਂ ਵੈਰੀ ਕੋਲ ਜਾਣਾ ਤੇ ਕੁਝ ਪਹਿਨਣ ਵਾਸਤੇ, ਉਸ ਬਾਣ ਨੂੰ ਰੋਕਣ ਵਾਸਤੇ, ਅਗਰ ਕੋਈ ਚੱਲ ਜਾਂਦਾ ਆ ਤੇ ਸਾਡੇ ਉੱਤੇ ਕੋਈ ਇਹੋ ਜਿਹੇ ਵਸਤਰ ਪਾਏ ਹੋਣਗੇ ਤੇ ਹਥਿਆਰ ਵਾਰ ਨਹੀਂ ਕਰਦਾ। ਇਸ ਲਈ ਸ਼ਸਤਰ ਵੀ ਮਿਲਣਗੇ ਤੇ ਨਾਲ ਬਸਤਰ ਵੀ ਮਿਲਣਗੇ। ਸਾਨੂੰ ਸ਼ਸਤਰ ਵੀ ਤੇ ਬਸਤਰ ਵੀ ਚਾਹੀਦੇ ਹਨ ਆਪਣੇ ਵੈਰੀ ਦੇ ਅੱਗੇ ਖਲੋਣ ਦੇ ਲਈ, ਤਾਂ ਜਾ ਕੇ ਪ੍ਰਭੂ ਆਪਣੇ ਵਚਨ ਦੇ ਵਿੱਚ ਸਾਡੇ ਵੈਰੀ ਨਾਲ ਜਾਣ ਪਹਿਚਾਨ ਕਰਾਉਂਦਾ ਹੈ। ਕਿਉਂਕਿ ਜੇ ਅਸੀਂ ਖੁਦਾ ਦੇ ਬੱਚੇ ਹਾਂ ਤੇ ਉਹ ਖੁਦਾ ਦਾ ਵੀ ਵੈਰੀ ਹੈ। ਸਮਝ ਆ ਰਹੀ ਹੈ ਭਾਈ? ਆਮੀਨ। ਤੇ ਉਹਦੇ ਬੱਚਿਆਂ ਦਾ ਵੀ ਵੈਰੀ ਹੈ। ਇਸ ਲਈ ਉਹ ਆਪਣੇ ਵੈਰੀ ਦੇ ਨਾਲ ਜਾਣ ਪਹਿਚਾਨ ਕਰਾਉਂਦਾ ਆ। ਆਓ ਅਸੀਂ ਇਹ ਕਦੋਂ ਤੋਂ ਹੋਇਆ, ਆਓ ਅਸੀਂ ਅਦਨ ਬਾਗ ਵਿੱਚ ਚਲੇ ਜਾਂਦੇ ਹਾਂ। ਮੈਂ ਤੁਹਾਡਾ ਜ਼ਿਆਦਾ ਸਮਾਂ ਨਹੀਂ ਲੈਣਾ, ਬਲਕਿ ਮੈਂ ਮੇਨ ਚੀਜ਼ਾਂ ਜਿਹੜੀਆਂ ਨੇ ਅੱਜ ਭੈਣ ਭਰਾਵਾਂ ਦੇ ਵਿੱਚ ਖੋਲ ਦੇਣੀਆਂ ਚਾਹੁੰਦਾ ਹਾਂ। ਪੜ੍ਹੀਏ ਉਤਪਤ ਦੀ ਕਿਤਾਬ, ਉਹਦਾ 2 ਪਾਠ 15, 16, 17 ਆਇਤ ਨੂੰ ਪੜ੍ਹ ਦਿਓ ਕੋਈ ਵੀ ਜਾਣ। ਯਹੋਵਾ ਖੁਦਾ ਨੇ ਉਸ ਆਦਮੀ ਨੂੰ ਲੈ ਕੇ, ਯਹੋਵਾ ਖੁਦਾ ਨੇ ਉਸ ਆਦਮੀ, ਜਿਸ ਆਦਮੀ ਨੂੰ ਖੁਦਾ ਨੇ ਬਣਾਇਆ ਸੀ, ਉਸ ਆਦਮੀ ਨੂੰ ਲੈ ਕੇ ਅਦਨ ਦੇ ਬਾਗ ਵਿੱਚ ਰੱਖਿਆ। ਉਹਨੇ ਉਸ ਨੂੰ ਅਦਨ ਬਾਗ ਵਿੱਚ ਰੱਖ ਦਿੱਤਾ ਤਾਂ ਜੋ ਉਸ ਦੀ ਵਾਹੀ ਦੀ ਰਾਖੀ ਕਰੇ। ਉਹ ਅਦਨ ਬਾਗ ਦੀ ਰਾਖੀ ਕਰੇ ਤੇ ਵਾਹੀ ਕਰੇ। ਤਾਂ ਯਹੋਵਾ ਖੁਦਾ ਨੇ ਆਦਮੀ ਨੂੰ ਆਗਿਆ ਦਿੱਤੀ। ਯਹੋਵਾ ਖੁਦਾ ਨੇ ਆਦਮੀ ਨੂੰ ਇਹ ਆਗਿਆ ਦੇ ਦਿੱਤੀ ਕਿ ਬਾਗ ਦੇ ਹਰ ਬਿਰਛ ਤੋਂ ਤੂੰ ਨਿਸ਼ਾਨ ਖਾ। ਭਾਈ ਬਾਗ ਦੇ ਸਾਰਿਆਂ ਬਿਰਛਾਂ ਤੋਂ ਤੂੰ ਖਾ ਸਕਦਾ ਆ, ਪਰ ਭਲੇ ਬੁਰੇ ਦੀ ਸਿਆਣ ਦੇ ਬਿਰਛ ਤੋਂ ਪਰ ਇੱਕ ਰੁੱਖ ਤੇਰਾ ਵੈਰੀ ਆ, ਉਹਦੇ ਕਿਤੇ ਨੇੜੇ ਨਾ ਚਲਾ ਜਾਵੀਂ। ਇੱਕ ਰੁੱਖ ਤੋਂ ਤੂੰ ਨਾ ਖਾਵੀਂ, ਤੂੰ ਜੇ ਖਾ ਲਵੇਂਗਾ ਤੇ ਤੂੰ ਮਰ ਜਾਵੇਂਗਾ। ਉਹ ਰੁੱਖ ਤੇਰੇ ਲਈ ਇੰਨਾ ਭਿਆਨਕ ਆ,
और खुदा प्यारियो हमेशा ही सेवादार हमेशा ही वैरी तो खबरदार रहने वास्ते प्रेरदे रहंदे ने। जिवें कि अज फिर खुदा दे रहम नाल मैं इत्थे खड़ा हां ते अज जे खुदा ने वैरी नाल जान पहचान कराई, ओही खुदा ओही आत्मा जो बीते दिनों विच सी अज भी मौजूद है। हालेलुया 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 हालेलुया। क्योंकि बाइबल के मुताबिक आदमी चला जाता है पर आत्मा नहीं जाता। आत्मा धरती उत्ते रहता है, जिवें कि यीशु मसीह चला गया और यीशु मसीह दा आत्मा 120 लोगों उत्ते आ गया। आमीन। इसलिए प्यारियो एलिया चला गया, एलिया दा आत्मा अलीसा उत्ते आ गया। बंदा चला जाता है पर आत्मा धरती उत्ते ही रहता है। इसलिए चेले भी चले गए पर खुदा दा आत्मा किते अज भी धरती उत्ते विचट करदा है। आमीन आमीन। हालेलुया 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 हालेलुया। इसलिए प्यारियो जे ओ समय तो ओ वैरी नाल जान पहचान करांदा सीगा ते घाटियो अज भी नहीं कर रहा, अज भी ओ वैरी नाल जान पहचान करवाउंदा है। इसलिए कहंदा है अदन बाग दे विच तुसी सारे फलां तो खा सकदे हो, कोई मनाही नहीं, पर एक फल है यस ओदे तो तुसी ना खाओ ओदे तो तुसी ना खाओ ना खाओ, ओदे तो ना खाओ, खाओगे तां। इसलिए किन्नियां नूं पता है कि ओदे फल खादा किहड़ा सी? किन्नियां नूं पता है? किन्नियां नूं पता है फल किहड़ा सी? थोड़े जाने ने कि जा मेरी भाषा समझ विच नहीं आई। किन्नियां जाणियां नूं पता आ कि जेड़ा आदम हवा ने फल लिया सी वो फल किहड़ा सी? किन्नियां नूं पता? हाथ खड़े करिए। आ देखिया हुण थोड़े जिहे हथ खड़े होए, मेरे ख्याल कहण दे विच ही फर्क सी। हालेलुया हालेलुया। बहुत सारियां नूं नहीं पता। इसलिए साडे एक प्रचारक आए सी भाई भुपिंदर जी, तो दस रहे कि ये फल पुछ लईए कि उन्होंने फल किहड़ा खादा सी, ते उन्होंने की कहा? कहंदे अगला इंसान कहंदा कद्दू, कहंदा कद्दू, कहंदा जो मैनूं पता नहीं तो मैं कद्दू ही कहूँ। इसे करके कई कहंदे ने नाशपाती, ते कई कहंदे ने सेब, ते कई कुछ ते कई कुछ आपो अपने लोगों ने तर्जमे रखे। हुण फल मैं थोड़े जे हिंट दवांगा ताकि जिन्होंने नहीं पता वो समझ सकन। उस तो बाद भी किसी का सवाल होवे ते तुसी बाद विच मिल सकते हो, इत्थे पैणा हैगियां ने कुछ वो भी तुहानूं दस सकदियां ने। हालेलुया 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 हालेलुया। बाग दे फलां तो तू खाई पर एक पले बुरे दे रुख तो ना खाई। फल तीन जगहों तो पैदा होंदे ने। नंबर पहला फल कित्थों पैदा होंदे ने? धरती चों। जमीन दा फल। हाँ जी जमीन दा जमीन दा फल। पढ़ियो मेरे ख्याल तुसी जबूरा दा खत पहला जबूर पढ़ दियो। तन है ਉਹ ਮਨੁੱਖ ਜਿਹੜਾ ਦੁਸ਼ਟਾਂ ਦੀ ਮਾਤ ਉੱਤੇ ਨਹੀਂ ਚੱਲਦਾ, ਨਾ ਪਾਪੀਆਂ ਦੇ ਰਾਹ ਵਿੱਚ ਖੜਾ ਰਹਿੰਦਾ, ਹਾਂਜੀ, ਅਤੇ ਨਾ ਮਖੌਲੀਆਂ ਦੀ ਝੁੰਡੀ ਵਿੱਚ ਬਹਿੰਦਾ ਹੈ। ਤਾਂ ਨੋਟ ਕਰਨ ਵਾਲੇ ਆਇਤਾਂ ਨੂੰ ਨੋਟ ਕਰ ਲਿਓ। ਹਾਂਜੀ। ਪਰ ਯਹੋਵਾ ਦੀ ਬਿਰਸਤਾ ਵਿੱਚ ਮਗਰ ਰਹਿੰਦਾ ਅਤੇ ਦਿਨ ਰਾਤ ਉਹਦੀ ਬਿਰਸਤਾ ਉੱਤੇ ਧਿਆਨ ਕਰਦਾ ਹੈ। ਹਾਂਜੀ। ਉਹ ਤਾਂ ਉਸ ਬ੍ਰਿਸ਼ ਵਰਗਾ ਹੋਵੇਗਾ, ਉਹ ਤੇ ਉਸ ਰੁੱਖ ਵਰਗਾ ਹੋਵੇਗਾ ਜੋ ਪਾਣੀਆਂ ਦੀਆਂ ਨਦੀਆਂ ਉੱਤੇ ਲਾਇਆ ਜਿਹੜਾ ਹੋਇਆ, ਪਾਣੀਆਂ ਦੀਆਂ ਨਦੀਆਂ ਉੱਤੇ ਲਾਇਆ ਹੋਇਆ ਹੈ। ਜਿਹੜਾ ਰੁੱਤ ਸਿਰ ਆਪਣਾ ਫਲ ਦਿੰਦਾ। ਹਾਂਜੀ। ਜਿਹੜਾ ਰੁੱਤ ਸਿਰ ਆਪਣਾ ਫਲ ਦਿੰਦਾ। ਜਿਹੜਾ ਰੁੱਤ ਸਿਰ ਆਪਣਾ ਫਲ ਦਿੰਦਾ। ਹਾਂਜੀ ਰੁੱਤ ਸਿਰ ਆਪਣਾ ਫਲ ਦਿੰਦਾ। ਅੱਛਾ ਰੁੱਖ ਕਿੱਥੇ ਲੱਗਿਆ ਹੋਇਆ? ਜ਼ਮੀਨ 'ਚ। ਤੇ ਰੁੱਖ ਕੀ ਦਿੰਦਾ ਆ? ਫਲ। ਅੱਛਾ ਪਹਿਲਾ ਫਲ ਕਿੱਥੋਂ ਨਿਕਲ ਰਿਹਾ? ਜ਼ਮੀਨ ਚੋਂ। ਜ਼ਮੀਨ 'ਚੋਂ। ਕਿੰਨੇ ਸਮਝ ਗਏ? ਆਮੀਨ। ਹੁਣ ਦੇਖਾਂਗੇ ਵੀ ਉਹ ਜ਼ਮੀਨ ਵਾਲਾ ਫਲ ਸੀ। ਦੂਸਰਾ ਫਲ ਆਤਮਾ ਦੇ ਫਲ। ਗਲਾਤੀਆਂ ਪਰ ਆਤਮਾ ਦਾ ਫਲ ਇਹ ਹੈ। ਗਲਾਤੀਆਂ 5 ਪਾਠ
मेरा ख्याल 22 बेटी पढ़ रही है। पर आत्मा का फल ये है, आत्मा का फल ये है प्रेम, प्रेम, आनंद, हाँ जी शांति, जी, धीरज, हम्म, दयालगी, भलाई, वफादारी, निर्माई, संयम। ठीक है। कितने फल हो गए? 9 किन्नियां जगहों तो फल निकल के आए? दो 2 जगहों तो। पहले कितों निकल के आए? जमीनी फल, जमीन चो, ते दूसरे आदि आत्मा चो। हाँ जी, किन्ने समझ गए? आओ तीसरा स्थान देखिए, ये कितों निकल के आता है तीसरा फल। जबूर 127 2-3 आयत ਨੂੰ ਪੜ੍ਹਦੇ। ਤੁਹਾਡਾ ਸਵੇਰ ਦਾ ਉੱਠਣਾ ਤੁਹਾਡਾ ਸਵੇਰ ਦਾ ਉੱਠਣਾ ਅਤੇ ਅਵੇਰ ਤੀਕ ਬੈਠੇ ਰਹਿਣਾ ਹਾਂਜੀ ਤੇ ਦੁੱਖਾਂ ਦੀ ਰੋਟੀ ਖਾਣੀ ਵਿਅਰਥ ਹੈ। ਹਾਂਜੀ ਉਹ ਤਾਂ ਆਪਣੇ ਪ੍ਰੀਤਮ ਨੂੰ ਨੀਂਦ ਦਿੰਦਾ ਹੈ। ਵੇਖੋ ਬੱਚੇ ਯਹੋਵਾ ਵੱਲੋਂ ਮਿਰਾਸ ਹਨ। ਵੇਖੋ ਬੱਚੇ ਯਹੋਵਾ ਵੱਲੋਂ ਮਿਰਾਸ ਹਨ। ਵੇਖੋ ਬੱਚੇ ਯਹੋਵਾ ਵੱਲੋਂ ਮਿਰਾਸ ਹਨ। ਮਿਰਾਸ ਹਨ। ਢਿੱਡ ਦਾ ਫਲ ਇੱਕ ਇਨਾਮ ਹੈ। ਢਿੱਡ ਦਾ ਫਲ ਫਲ ਇੱਕ ਇਨਾਮ ਹੈ। ਇੱਕ ਪੇਟ ਦਾ ਫਲ ਹੈ। ਬੱਚੇ ਹੁਣ ਵਿਚਾਰ ਕਰ ਲਈਏ, ਆਦਮ ਹਵਾ ਨੇ ਇਹਨਾਂ ਤਿੰਨਾਂ ਫਲਾਂ ਚੋਂ ਜ਼ਮੀਨ ਦਾ ਫਲ ਲਿਆ ਸੀ ਜਾਂ ਆਤਮਾ ਦਾ ਫਲ ਲਿਆ ਸੀ ਜਾਂ ਸਰੀਰ ਦਾ ਫਲ ਲਿਆ ਸੀ? ਪਤਾ ਹੈ ਛੋਟੇ ਛੋਟੇ ਹੁੰਦੇ ਸੀ ਤੇ ਕਈ ਬਾਬਿਆਂ ਨੇ ਆ ਜਾਣਾ, ਮੇਰੇ ਖਿਆਲ ਘੁੰਮਣਾ ਵਾਲਾ ਵੀ ਕਿਤੇ ਜਾਂਦਾ ਹੁੰਦਾ ਸੀ ਤੇ ਲੋਕ ਭੈਣਾਂ ਜਾਂਦੀਆਂ ਹੁੰਦੇ ਸੀ ਝੋਲੀ ਫਲ ਲੈਣਾ ਜਿਨ੍ਹਾਂ ਦੇ ਬੱਚੇ ਨਹੀਂ ਹੁੰਦੇ। ਸਮਝ ਆ ਰਹੀ ਹੈ ਭਾਈ? ਇਸ ਲਈ ਫਿਰ ਉਸ ਹਵਾ ਨੇ ਕਿਹੜਾ ਫਲ ਪ੍ਰਾਪਤ ਕੀਤਾ ਸੀ ਕਿ ਉਹਨੇ ਪੇਟ ਦਾ ਫਲ, ਆਤਮਾ ਦਾ ਫਲ ਜਾਂ ਫਿਰ ਜ਼ਮੀਨ ਦਾ ਫਲ? ਤੇ ਜਿਨ੍ਹਾਂ ਨੂੰ ਨਹੀਂ ਪਤਾ ਉਹ ਤਾਂ ਜ਼ਮੀਨ ਦੇ ਫਲ ਵਾਲੀ ਦੇਖਦੇ ਨੇ। ਇਸ ਲਈ ਜਿਹੜਾ ਸੱਪ ਸੀਗਾ, ਬਾਈਬਲ 'ਚ ਲਿਖਿਆ ਹੈ ਕਿ ਉਹਨੂੰ ਸ਼ਰਾਪ ਦਿੱਤਾ ਕਿ ਤੂੰ ਹੁਣ ਢਿੱਡ ਭਰ। ਅੱਛਾ, ਜਦੋਂ ਸ਼ਰਾਪ ਦਿੱਤਾ ਤੇ ਢਿੱਡ ਭਰ ਚੱਲਣ ਲੱਗ ਗਿਆ, ਪਹਿਲਾਂ ਕਿੱਦਾਂ ਚੱਲਦਾ ਸੀ? ਦੋ ਪੈਰਾਂ ਦੇ। ਰੁੱਖ ਨੂੰ ਸ਼ਰਾਪ ਦਿੱਤਾ ਯਿਸੂ ਮਸੀਹ ਨੇ ਕਿ ਤੂੰ ਸੁੱਕ ਜਾਵੇਂਗਾ ਤੇ ਤੈਨੂੰ ਅੱਗੇ ਤੋਂ ਫਲ ਨਾ। ਅੱਛਾ, ਸ਼ਰਾਪ ਦੇਣ ਤੋਂ ਪਹਿਲਾਂ ਉਹਨੂੰ ਫਲ ਲੱਗਦਾ ਸੀ ਜੀ? ਆਮੀਨ। ਕਿ ਉਹ ਪਹਿਲਾਂ ਹਰਾ ਸੀ ਯੈਸ ਜੀ। ਇਸੇ ਤਰ੍ਹਾਂ ਜਦੋਂ ਸੱਪ ਨੂੰ ਸ਼ਰਾਪ ਦਿੱਤਾ ਕਿ ਤੂੰ ਹੁਣ ਢਿੱਡ ਭਰ ਚੱਲੇਗਾ, ਅੱਛਾ ਪਹਿਲਾਂ ਕਿੱਦਾਂ ਚੱਲਦਾ ਸੀ? 2 ਪੈਰਾਂ ਦੇ। ਹਾਂਜੀ, ਕਿੰਨੇ ਸਮਝ ਪਾ ਰਹੇ? ਆਮੀਨ। ਹਾਲੇਲੂਇਆ। ਹਾਲੇਲੂਇਆ। ਜ਼ਰੂਰ ਇਹਨੇ 2 ਪੈਰਾਂ ਤੇ ਚੱਲ ਕੇ ਆਦਮੀ ਦੀ ਤਰ੍ਹਾਂ ਕੋਈ ਇਹੋ ਜਿਹਾ ਕੰਮ ਕਰ ਲਿਆ ਜਿਸ ਕਰਕੇ ਉਹਨੂੰ ਸ਼ਰਾਪ ਦੇ ਦਿੱਤਾ। ਇੱਕ ਗੱਲ ਮੈਨੂੰ ਹੋਰ ਕਹਿ ਲੈਂਦੀ, ਪੇਟ ਦਾ ਫਲ ਬੱਚਾ ਹਵਾ ਨੂੰ ਕਿਹਾ ਕਿ ਤੂੰ ਹੁਣ ਦਰਦਾਂ ਦੇ ਨਾਲ ਬੱਚੇ ਨੂੰ ਪੈਦਾ ਕਰੇਂਗੇ। ਸ਼ੋਰ ਹੁੰਦਾ ਆ ਕਿ ਉਹਨੇ ਪੇਟ ਦਾ ਫਲ ਲਿਆ ਸੀ, ਆਮੀਨ। ਪਰ ਗਲਤ ਤਰੀਕੇ ਦੇ ਨਾਲ। ਕਿੰਨੇ ਸਮਝ ਗਏ? ਉਹਨੇ ਗਲਤ ਤਰੀਕੇ ਦੇ ਨਾਲ ਸ਼ੈਤਾਨ ਦੀ ਸਿੱਖਿਆ ਨੂੰ ਲੈ ਕੇ ਉਹਨੇ ਪੇਟ ਦਾ ਫਲ ਲਿਆ ਸੀ, ਤਾਂ ਉਹਨੂੰ ਪੇਟ ਦੇ ਫਲ ਤੋਂ ਹੀ ਉਹਨੂੰ ਸ਼ਰਾਪ ਦਿੱਤਾ ਕਿ ਤੂੰ ਤੇਰੇ ਪੇਟ ਦੀ ਦਰਦ ਦੇ ਬੱਚਾ ਜਨਮ ਸਮੇਂ ਤੇਰੇ ਪੇਟ ਦੀ ਦਰਦ ਮੈਂ ਵਧਾਵਾਂਗਾ। ਇਸ ਲਈ ਮੇਰੀਓ ਭੈਣੋ ਤੇ ਮੇਰੇ ਭਰਾਓ, ਮੈਂ ਥੋੜਾ ਜਿਹਾ ਹੋਰ ਅੱਗੇ ਚੱਲ ਕੇ ਤੇ ਤੁਹਾਨੂੰ ਕਲੀਅਰ ਕਰ ਦੇਵਾਂ। ਬਾਈਬਲ ਦੇ ਵਿੱਚ ਪਹਿਲੇ ਆਦਮ ਤੇ ਹਵਾ ਦੇ ਕਿੰਨੇ ਬੱਚਿਆਂ ਦਾ ਜ਼ਿਕਰ ਹੁੰਦਾ ਆ? ਕਿਹੜਾ ਕਿਹੜਾ? ਕਾਇਨ ਤੇ ਹਾਬਲ। ਅੱਛਾ, ਕਾਇਨ ਸਾਰੀ ਬਾਈਬਲ ਦੇ ਵਿੱਚੋਂ ਮੈਨੂੰ ਆਦਮ ਦਾ ਪੁੱਤ ਕਿਤੇ ਦਿਖਾ ਦਿਓ ਕਿਤੇ ਲਿਖਿਆ ਹੋਵੇ। ਤੇ ਜੇ ਇਹ ਆਦਮ ਦੀ ਸੰਤਾਨ ਨਹੀਂ, ਇਹ ਹਵਾ ਨੇ ਆਦਮ ਦੇ ਤੋਂ ਪ੍ਰਾਪਤ ਨਹੀਂ ਕੀਤਾ, ਜੇ ਉਹਨੇ ਆਦਮ ਤੋਂ ਪ੍ਰਾਪਤ ਨਹੀਂ ਕੀਤਾ ਹੈ ਤੇ ਫਿਰ ਕਿਤੇ ਨਾ ਕਿਤੇ ਉਹਨੇ ਫਲ ਪੈਦਾ ਕੀਤਾ। ਕਿੰਨੇ ਸਮਝ ਗਏ? ਆਮੀਨ। ਹਾਲੇਲੂਇਆ। ਹਾਲੇਲੂਇਆ। ਇਸ ਲਈ ਬਾਈਬਲ ਦੇ ਵਿੱਚ ਹਵਾ ਸਾਰੇ ਜਿਉਂਦਿਆਂ ਦੀ ਮਾਂ ਲਿਖਿਆ ਗਿਆ, ਪਰ ਆਦਮ ਸਾਰੇ ਜਿਉਂਦਿਆਂ ਦਾ ਬਾਪ ਨਹੀਂ ਲਿਖਿਆ ਗਿਆ।
ਇੱਕ ਗੱਲ ਹੋਰ ਪੜ੍ਹ ਦਿਓ ਮੱਤੀ 3। ਮੱਤੀ 3 ਜਿੱਥੇ ਯਹੂਨਾ ਕੋਲੋਂ ਬਪਤਿਸਮਾ ਲੈਣ ਵਾਸਤੇ ਸਦੂਕੀ ਫਰੀਸੀ ਆਂਦੇ ਨੇ, ਜੇ ਤੁਹਾਨੂੰ ਮਿਲ ਜਾਵੇ ਤੇ ਪੜ੍ਹਦੇ ਹੋ। ਪਰ ਜਾਂ ਉਹਨੇ ਵੇਖਿਆ 5 ਤਦ ਯਰੂਸ਼ਲਮ ਅਤੇ ਸਾਰੇ ਯਹੂਦੀਆਂ ਹਾਂਜੀ ਅਤੇ ਜਰਦਨ ਦੇ ਸਭ ਲਾਮ-ਸ਼ਾਮ ਦੇ ਰਹਿਣ ਵਾਲੇ 3 ਦੀ 5 ਪੜ੍ਹ ਰਹੇ ਆ, ਤੁਸੀਂ ਨੋਟ ਕਰ ਸਕਦੇ ਹੋ ਜਾਂ ਪੜ੍ਹ ਸਕਦੇ ਹੋ। ਹਾਂਜੀ ਉਹਦੇ ਕੋਲ ਚਲੇ ਆਉਂਦੇ ਸਨ ਹਾਂਜੀ ਅਤੇ ਆਪੋ ਆਪਣੇ ਪਾਪਾਂ ਨੂੰ ਮੰਨ ਕੇ ਜਰਦਨ ਨਦੀ ਵਿੱਚ ਉਹਦੇ ਹੱਥੋਂ ਬਪਤਿਸਮਾ ਲੈਂਦੇ ਸਨ। ਹਾਂਜੀ ਪਰ ਜਾਂ ਉਹਨੇ ਵੇਖਿਆ ਜਾਂ ਯਹੋਨਾ ਨੇ ਉਹਨਾਂ ਲੋਕਾਂ ਨੂੰ ਵੇਖਿਆ ਜੋ ਫਰੀਸੀ ਅਤੇ ਸੰਦੂਕੀਆਂ ਵਿੱਚੋਂ ਬਥੇਰੇ ਮੈਥੋਂ ਬਪਤਿਸਮਾ ਲੈਣ ਆਉਂਦੇ ਹਨ, ਹਾਂਜੀ ਤਾਂ ਉਹਨਾਂ ਨੂੰ ਕਿਹਾ, ਹਾਂਜੀ ਹੇ ਸੱਪਾਂ ਦੇ ਬੱਚਿਓ, ਹੇ ਸੱਪਾਂ ਦੇ ਬੱਚਿਓ, ਤੁਹਾਨੂੰ ਕਿਨ ਆਉਣ ਵਾਲੇ ਕੋਪ ਤੋਂ ਭੱਜਣਾ ਦੱਸੋ। ਤੇ ਜੇ ਫਿਰ ਕਾਇਨ ਆਦਮ ਦਾ ਪੁੱਤ ਨਹੀਂ ਤੇ ਫਿਰ ਸੱਪ ਦਾ ਤੇ ਹੋਵੇ। ਆਮੀਨ। ਤਾਂ ਜਾ ਕੇ ਯਹੋਨਾ ਨੇ ਨਬੀ ਸੀਗਾ, ਉਹਨੇ ਵੇਖ ਲਿਆ ਉਹਨਾਂ ਨੂੰ ਆਉਂਦਿਆਂ ਨੂੰ ਤੇ ਜਾ ਕੀ ਕਹਿੰਦਾ ਆ, ਕਹਿੰਦਾ ਹੇ ਸੱਪਾਂ ਦੇ ਬੱਚਿਓ। ਅੱਜ ਮੇਰੀਓ ਭੈਣੋ ਤੇ ਮੇਰੇ ਭਰਾਓ, ਇਹ ਧਰਤੀ ਉੱਤੇ 2 ਸੰਤਾਨਾਂ ਨੇ, 2 ਪੈਰਾਂ ਤੇ ਚੱਲਣ ਵਾਲੀਆਂ 2 ਸੰਤਾਨਾਂ ਨੇ, ਇੱਕ ਸੱਪ ਦੀ ਸੰਤਾਨ ਤੇ ਇੱਕ ਆਦਮ ਦੀ ਸੰਤਾਨ। ਆਮੀਨ। ਤਾਂ ਜਾ ਕੇ ਯਿਸੂ ਮਸੀਹ ਨੇ ਵੀ ਮੱਤੀ, ਮੇਰਾ ਖਿਆਲ ਤੁਸੀਂ 23 ਪੜ੍ਹ ਲਿਓ, ਉਹਦੇ ਵਿੱਚ ਵੀ ਲਿਖਿਆ ਹੈ ਨਾਗਾਂ ਦੇ ਬੱਚਿਓ। ਪੜ੍ਹ ਲਓ, ਨੇ ਜੋ ਨੋਟ ਕਰਨਾ ਚਾਹੁੰਦੇ ਹੋ ਤੇ ਨੋਟ ਕਰ ਲਓ। ਮੱਤੀ 23 ਦੀ ਤੁਸੀਂ 29 ਤੋਂ ਪੜ੍ਹਦੇ ਹੋ, 29 30 31 ਪੜ੍ਹਦੇ ਹੋ। ਹੇ ਕਪਟੀ ਗ੍ਰੰਥੀਓ, ਹੇ ਕਪਟੀ ਗ੍ਰੰਥੀਓ ਅਤੇ ਫਰੀਸੀਓ, ਤੁਹਾਡੇ ਉੱਤੇ ਹਾਏ ਤੁਹਾਡੇ ਉੱਤੇ ਹਾਏ ਹਾਏ, ਕਿਉਂ ਜੋ ਤੁਸੀਂ ਨਬੀਆਂ ਦੀਆਂ ਕਬਰਾਂ ਤੁਸੀਂ ਬਣਾਉਂਦੇ ਹੋ ਨਬੀਆਂ ਦੀਆਂ ਕਬਰਾਂ ਬਣਾਉਂਦੇ, ਅਤੇ ਧਰਮੀਆਂ ਦੀਆਂ ਸਮਾਧਾਂ ਹਾਂਜੀ ਸਵਾਰਦੇ ਹੋ, ਧਰਮੀ ਲੋਕਾਂ ਦੀਆਂ ਸਮਾਧਾਂ ਸਵਾਰਦੇ ਹੋ, ਅਤੇ ਆਖਦੇ ਹੋ ਜੇ ਅਸੀਂ ਆਪਣੇ ਪਿਓ ਦਾਦਿਆਂ ਜੇ ਦੇ ਅਸੀਂ ਦਿਨਾਂ ਆਪਣੇ ਪਿਓ ਦਾਦਿਆਂ ਦੇ ਦਿਨਾਂ ਵਿੱਚ ਹੁੰਦੇ ਤਾਂ ਉਹਨਾਂ ਨਾਲ ਨਬੀਆਂ ਦੇ ਖੂਨ ਵਿੱਚ ਸਾਂਝੀ ਨਾ ਹੁੰਦੇ। ਉਹਨਾਂ ਨੇ ਨਬੀਆਂ ਦੇ ਕਤਲ ਕੀਤੇ, ਸੱਚੇ ਨਬੀਆਂ ਨੂੰ ਮਾਰ ਦਿੱਤਾ ਹੈ, ਤੇ ਜਦੋਂ ਮਰ ਗਏ ਉਸ ਤੋਂ ਬਾਅਦ ਉਹਨਾਂ ਦੀਆਂ ਮੜੀਆਂ ਬਣਾ ਕੇ ਤੇ ਪੂਜਣਾ ਸ਼ੁਰੂ ਕਰ ਦਿੱਤਾ, ਜੀਂਦਿਆਂ ਨੂੰ ਮਾਰ ਦਿੱਤਾ ਹੈ। ਹਾਂਜੀ ਸੋ ਤੁਸੀਂ ਆਪਣੇ ਉੱਤੇ ਗਵਾਹੀ ਦਿੰਦੇ ਹੋ। ਹਾਂ, ਕਹਿੰਦੇ ਕਿ ਜੇ ਅਸੀਂ ਆਪਣੇ ਪਿਓ ਦਾਦਿਆਂ ਦੇ ਦਿਨਾਂ ਵਿੱਚ ਹੁੰਦੇ ਤੇ ਅਸੀਂ ਨਬੀਆਂ ਦੇ ਖੂਨ ਵਿੱਚ ਸ਼ਾਮਲ ਨਾ ਹੁੰਦੇ। ਯਿਸੂ ਮਸੀਹ ਨੇ ਆਖਿਆ ਤੁਸੀਂ ਆਪ ਗਵਾਹੀ ਦਿੰਦੇ ਹੋ ਕਿ ਤੁਸੀਂ ਜੋ ਖੂਨੀਆਂ ਅਸੀਂ ਦੇ ਨਬੀਆਂ ਦੇ ਖੂਨੀਆਂ ਦੇ ਪੁੱਤਰ, ਹਾਂ। ਤੁਸੀਂ ਆਪ ਗਵਾਹੀ ਦੇ ਰਹੇ ਹੋ ਕਿ ਅਸੀਂ ਨਬੀਆਂ ਦੇ ਖੂਨੀਆਂ ਦੇ ਪੁੱਤਰ ਹਾਂ, ਖੂਨੀਆਂ ਦੇ ਬੱਚੇ। ਹਾਂਜੀ ਪੜ੍ਹੀਏ। ਸੋ ਤੁਸੀਂ ਆਪਣੇ ਪਿਓ ਦਾਦਿਆਂ ਦੇ, ਤੁਸੀਂ ਆਪਣੇ ਪਿਓ ਦਾਦਿਆਂ ਦੇ ਮਾਪ ਨੂੰ ਭਰੀ ਜਾਓ, ਮਾਪ ਨੂੰ ਭਰੀ ਜਾਓ। ਪੜ੍ਹੀਏ। ਹੇ ਸੱਪੋ, ਹੇ ਨਾਗਾਂ ਦੇ ਬੱਚਿਓ, 2 ਪੈਰਾਂ ਤੇ ਚੱਲਣ ਵਾਲੇ ਸੱਪ। ਹੇ ਸੱਪੋ, ਹੇ ਨਾਗਾਂ ਦੇ ਬੱਚਿਓ। ਅੱਛਾ, ਇਹ ਸੱਪਾਂ ਦੇ ਬੱਚਿਆਂ ਨੇ ਕੀਤਾ ਕੀ? ਸੰਤਾਂ ਦਾ ਕਤਲ। ਤੇ ਫਿਰ ਕਾਇਨ ਕੌਣ ਸੀ? ਸੱਪ ਦੀ ਸੰਤਾਨ। ਇਹਨੇ ਵੀ ਕੋਈ ਕਤਲ ਕੀਤਾ ਜੀ। ਆਮੀਨ ਆਮੀਨ। ਕਿਹਦਾ? ਧਰਮੀ ਹਾਬਲ ਦਾ। ਇਸ ਲਈ ਜੇ ਹੋਰ ਚਾਹੁੰਦੇ ਹੋ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਲੀਅਰ ਕੀਤਾ ਜਾਵੇਗਾ। ਮੇਰਾ ਟੌਪਿਕ ਇਹ ਨਹੀਂ ਸੀਗਾ, ਦਰਅਸਲ ਮੇਰਾ ਟੌਪਿਕ ਤੇ ਕੁਝ ਹੋ ਰਿਹਾ, ਵੈਰੀ ਦੇ ਨਾਲ ਜਾਣ ਪਹਿਚਾਨ। ਹਾਂਜੀ ਸਮਝ ਆ ਰਹੀ ਹੈ? ਆਮੀਨ। ਇਸ ਲਈ ਅਦਨ ਬਾਗ ਵਿੱਚ ਖੁਦਾ ਨੇ ਇਹ ਗੱਲ ਕਹਿ ਦਿੱਤੀ, ਜੇ ਕੋਈ ਨੋਟ ਕਰ ਰਹੇ ਹੋ, ਜੇ ਦੇਖਣਾ ਚਾਹੁੰਦੇ ਹੋ ਤੇ ਮੈਂ ਕਹਾਂਗਾ ਕਿ ਕਾਇਨ ਆਦਮ ਦਾ ਪੁੱਤਰ ਕੋਈ ਵੀ ਮੈਨੂੰ ਬਾਈਬਲ ਵਿੱਚ ਉਹ ਸਾਬਤ ਕਰ ਦੇਵੇ, ਮੈਂ ਮੂੰਹ ਮੰਗਿਆ ਇਨਾਮ ਦੇ ਸਕਦਾ। ਜਿਵੇਂ ਕਿ ਪਿਛਲੇ ਸਮੇਂ ਦੇ ਵਿੱਚ ਮੈਂ 1 ਲੱਖ ਰੁਪਏ ਦਾ ਇਨਾਮ ਰੱਖਿਆ ਸੀ ਕਿ ਪਿਤਾ ਪੁੱਤਰ ਪਵਿੱਤਰ ਆਤਮਾ ਵਾਲਾ ਬਪਤਿਸਮਾ ਬਾਈਬਲ ਵਿੱਚ ਸਭ ਤੋਂ ਪਹਿਲਾਂ ਕਿਹਨੇ ਦਿੱਤਾ ਤੇ ਕਿਹਨੇ ਲਿਆ। ਕੋਈ ਆ ਜਾਵੇ ਤੇ 1 ਲੱਖ ਰੁਪਈਆ ਲੈ ਜਾਏ। ਇਸ ਲਈ ਉਹ ਬੋਲੀਏ ਜੋ ਵਚਨ ਬੋਲਦਾ ਹੈ, ਉਹ ਸੁਣੀਏ
जो वचन बोलता है। हालेलुया 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 हालेलुया। क्योंकि अज झूठियां शिक्षावां ते किते सच्ची शिक्षा भी किते ना किते। आमीन आमीन। हाँ जी, पढ़िए खुदा दे वचन दे विच लिखिया कि खुदा ने आदम नूं आख्या कि बाग दे बिरछां तो फलां तो तू खावी, पर भले बुरे वाले रुख तो तू ना खावी, एदा ज्ञान ना लवी। खाना दो प्रकार दा आ, एक खाना साडे जिस्म दे लई आ और एक खाना साडे प्राण दे लई आ। आमीन आमीन। इसलिए पौलुस कहता है तुसी अजे अन्न खान जोगे नहीं होए, तुसी तो अजे दुध पीन जोगे हो। ओ केड़े खाने दी गल कर रहा सी? ओ खुदा दे वचन दे खाने दी गल कर। आमीन हालेलुया 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 हालेलुया। इसलिए लिखिया अपने सारे दे संबंध मेरे मोदी खाने विच लेके आओ, ਤਾਂ ਜੋ ਮੇਰੇ ਭਵਨ ਦੇ ਵਿੱਚ ਵਾਧੂ ਭੋਜਨ ਹੋਵੇ। ਇਹ ਵਾਧੂ ਭੋਜਨ ਇੱਕ ਕਣਕ ਵਾਲਾ ਭੋਜਨ ਨਹੀਂ ਕਿਹਾ ਗਿਆ, ਤਾਂ ਕਿ ਉਹ ਸੇਵਕ ਜਿਹੜਾ ਆ ਉਹ ਵਾਧੂ ਭੋਜਨ ਖੁਦਾ ਦੇ ਵਚਨ ਨੂੰ ਇਕੱਠਾ ਕਰਕੇ ਰੱਖੇ। ਆਮੀਨ ਹਾਲੇਲੂਇਆ ਹਾਲੇਲੂਇਆ। ਤੇ ਕਈ ਹੋਰ ਸਾਦਾ ਦਸਵੰਧ ਦਿੰਦੇ ਹੋਣ ਤੇ ਸੋਚਦੇ ਹੋਣ ਵੀ ਜਾਇੰਦੇ ਤੇ ਹੈਗੇ ਆ, ਪਰ ਭਵਨ ਵਿੱਚ ਸਾਨੂੰ ਰੋਟੀ ਨਹੀਂ ਮਿਲਦੀ। ਸਮਝ ਆ ਰਹੀ ਹੈ? यस ਉਹ ਭੋਜਨ वाधु भोजन खुदा दा वचन है, भोजन होवे। हालेलुया हालेलुया आमीन। आमीन। ਅਸੀਂ ਚਰਚਾ ਵਿੱਚ ਵਚਨ ਸੁਣ ਜਾਂਦੇ ਆ। हालेलुया ਤੇ ਜੇ ਸੇਵਕ ਕੋਲ ਵਚਨ ਹੋਵੇਗਾ ਉਹ ਵਚਨ ਪ੍ਰਚਾਰ ਕਰੇਗਾ, ਅਗਰ ਨਹੀਂ ਤਾਂ ਫਿਰ ਚੁਟਕਲੇ ਸੁਣਾ ਕੇ ਤੇ ਕਲੀਸਿਆ ਨੂੰ ਜਿੱਦਾਂ ਆਏ ਉਦਾਂ ਵਾਪਸ ਮੋੜ ਦੇ। नहीं तो फिर कहानियां सुना के वापस मोड़ देगा, नहीं तो फिर चंगियाई हो गई गवाहियां सुना के ते उन्होंने वापस मोड़ देगा। पर कलीसिया नूं चाहीदा की है? वचन वचन। प्राणां नूं बचावन दे लई की है? वचन वचन। ते पौलुस कदों दा वचन दा माहिर सी? बचपन तो। हालेलुया हालेलुया आमीन आमीन। ते जे किसी कोल वचन होवेगा ਤੇ ਉਹ ਦਵੇਗਾ ਕਿ ਬਾਈਬਲ ਬਿਆਨ ਕਰਦੀ ਹੈ ਜਿਹਦੇ ਅੰਦਰ ਜੋ ਹੈ ਉਹ ਹੀ ਬਾਹਰ ਨਿਕਲੇਗਾ। ਪ੍ਰਭੂ ਬਰਕਤ ਦੇਵੇ। ਹੁਣ ਇਸ ਵੈਰੀ ਨੇ ਕੀਤਾ ਕੀ? ਜਿਸ ਵੈਰੀ ਨਾਲ, ਜਿਸ ਰੁੱਖ ਨਾਲ ਉਹ ਜਾਣ ਪਹਿਚਾਨ ਕਰਵਾ ਰਿਹਾ ਹੈ, ਕਿਉਂ ਖੁਦਾ ਕਹਿ ਰਿਹਾ ਕਿ ਇਹ ਫਲ ਤੋਂ ਨਾ ਲਿਓ, ਇਹ ਫਲ ਤੋਂ ਸਿੱਖਿਆ ਨਾ ਲਿਓ, ਇਸ ਰੁੱਖ ਤੋਂ, ਇਸ ਇਨਸਾਨ ਤੋਂ ਗਿਆਨ ਨਾ ਲਿਓ। ਇਹਦਾ ਗਿਆਨ ਲੈਣ ਕਰਕੇ ਤੁਸੀਂ ਮੇਰੇ ਤੋਂ, ਖੁਦਾ ਸੋਚਦਾ ਕਿ ਮੇਰੇ ਤੋਂ ਦੂਰ ਚਲੇ ਜਾਓਗੇ, ਤੁਸੀਂ ਅਦਨ ਬਾਗ ਚੋਂ ਬਾਹਰ ਚਲੇ ਜਾਓਗੇ, ਹਵਾ ਨੇੜਤਾ ਵਿੱਚ ਚਲੇ ਗਈ। ਤੁਸੀਂ ਕਹੋਗੇ ਭਾਈ ਜੀ ਉਹ ਲਿਖਿਆ ਕਿ ਉਹਨਾਂ ਨੇ ਫਲ ਦੇਖਿਆ, ਫਲ ਲਿਆ, ਉਹਨੇ ਆਖਿਆ ਅੱਖਾਂ ਨੂੰ ਬੜਾ ਪਾਉਂਦਾ ਹੈ, ਬੜਾ ਚੰਗਾ ਲੱਗਦਾ ਹੈ। ਪਿਆਰਿਓ, ਸਰਪੈਂਟ ਨੇ ਆਪਣਾ ਬੱਚਾ ਦਿਖਾਇਆ ਹਵਾ ਨੂੰ, ਤੇ ਹਵਾ ਦੇ ਅੰਦਰ ਉਸ ਬੱਚੇ ਨੂੰ ਪ੍ਰਾਪਤ ਕਰਨ ਦੀ ਇੱਛਾ ਜਾਗੀ। ਤੁਸੀਂ ਕਹੋਗੇ ਭਾਈ ਜੀ ਅੱਛਾ ਇਹ ਤਾਂ ਬਾਈਬਲ ਵਿੱਚ ਹੀ ਲਿਖਿਆ ਸੀਗਾ ਕਿ ਵਧੋ ਫੁੱਲੋ ਤੇ ਧਰਤੀ ਨੂੰ, ਹਾਂਜੀ ਵਧੋ ਫੁੱਲੋ ਤੇ ਧਰਤੀ ਨੂੰ। ਅੱਛਾ ਦਾਊਦ ਕਹਿੰਦਾ ਹੈ ਪਾਪ ਵਿੱਚ ਮੇਰੀ ਮਾਤਾ ਨੇ ਮੈਨੂੰ, ਅੱਛਾ ਖੁਦਾ ਨੇ ਪਾਪ ਵਿੱਚ ਧਰਤੀ ਨੂੰ ਭਰਨ ਦੇ ਲਈ ਕਿਹਾ ਸੀ? ਹਾਂ ਜਾਨਾ नो सर ਕਿ ਖੁਦਾ ਕੋਲੋਂ ਕੋਈ ਹੋਰ ਪਵਿੱਤਰਤਾ ਦੇ ਵਿੱਚ ਬੱਚੇ ਪੈਦਾ ਕਰਨ ਵਾਲਾ ਕੋਈ ਮਾਰਗ ਹੈ ਨਹੀਂ ਸੀ? ਹੈਗਾ ਸੀ। ਹਾਲੇਲੂਇਆ ਹਾਲੇਲੂਇਆ। ਫਿਰ ਉਹ ਕਿਹੜਾ ਸੀ? ਉਹਨੇ ਪ੍ਰਗਟਾ ਦਿੱਤਾ ਬਾਈਬਲ ਦੇ ਵਿੱਚ, ਸਿਰਫ ਸਾਨੂੰ ਸਮਝਣ ਦੀ ਜ਼ਰੂਰਤ ਹੈ। ਹਾਲੇਲੂਇਆ। ਦੂਤ ਆਇਆ ਕਿਹਦੇ ਕੋਲ? ਮਰੀਮ ਕੋਲ। ਕਿਹਦੇ ਕੋਲ? ਮਰੀਮ ਕੋਲ। ਤੇ ਕੀ ਉਹਨੇ ਆਖਿਆ? ਆਏ ਮਰੀਮ ਤੂੰ ਗਰਭਵਤੀ ਹੋਵੇਗੀ ਤੇ ਪੁੱਤਰ ਨੂੰ ਜਨਮ ਦੇਵੇਗੀ, ਉਹਦਾ ਨਾਮ ਹਾਲੇਲੂਇਆ ਹਾਲੇਲੂਇਆ। ਨਵੇਂ ਨੇਮ ਚ ਉਹਨੇ ਆਖਿਆ ਉਹਦਾ ਨਾਮ ਯਿਸੂ ਰੱਖੋ। ਸਮਝ ਆ ਗਈ? ਕੀ ਬੋਲਿਆ ਸੀ ਦੂਤ ਨੇ ਆਣ ਕੇ? वचन ਹਾਲੇਲੂਇਆ ਹਾਲੇਲੂਇਆ। ਦੂਤ ਨੇ ਆਣ ਕੇ ਮਰੀਮ ਨੂੰ ਕੀ ਬੋਲਿਆ ਸੀ? ਵਚਨ। ਅੱਛਾ ਆਦਮ ਨੇ ਆਪਣੀ ਪਤਨੀ ਨੂੰ ਕੀ ਬੋਲਣਾ ਸੀ? ਵਚਨ। ਆਮੀਨ ਆਮੀਨ। ਆ ਸੀ ਖੁਦਾ ਦਾ ਬੱਚੇ ਪੈਦਾ ਕਰਨ ਦਾ ਅਸਲ ਪਲਾਨ, ਬੋਲੇ ਹੋਏ ਵਚਨ। ਵਚਨ ਦੇ ਦੁਆਰਾ।
पर हवा ने आदम की वेट नहीं की कि मेरा आदम मेरा पति मुँह तो बोले वचन ते मैं गर्भवती हो जाऊँ ते मैं बच्चे को पैदा करा। इन्हें किते पहला ही ज्ञान ले लिया। समझ आ रही है? आमीन हालेलुया हालेलुया आमीन आमीन। पर मैं गल करा, एक है खुदा दी प्रगट इच्छा ते दूजी है खुदा दी गुप्त इच्छा। आदम ते हवा ओदी प्रगट इच्छा जानते सी पर ओदी गुप्त इच्छा नहीं सी जानते। सवाल रख सकते हो तुसी अपने को कि जदों खुदा ने अच्छा लूसीफर नु शैतान नु किन्ने बनाया भाई? किन्ने बनाया? खुदा ने। ते खुदा नु पता नहीं सी कि लूसीफर ने दूतां नु अपने पिछे ला लेना है? पता सी जी। फिर भी बनाया। कि खुदा नु पता सी कि आदम हवा ने फल खा लेना है? पता सी। फिर भी उन्हें रुख लगाया। समझ आ रही है? Yes. ਇਹਦੇ ਪਿੱਛੇ बड़े तगड़े खुदा ਦੇ कुछ प्लान ने। ਇਹ ਐਵੇਂ ਨਹੀਂ ਹੋ ਗਿਆ। खुदा ਜਾਣਦਾ ਸੀ ਉਹਨੇ ਇਦਾਂ ਹੋਣ ਦਿੱਤਾ। ਇਹਦੇ ਪਿੱਛੇ ਬੜੀ ਤਗੜੀ खुदा ਦੀ योजना सी। हालेलुया हालेलुया। ਇਹ ਵੈਰੀ ਤੋਂ ਸੁਚੇਤ ਨਹੀਂ ਰਹੇ। ਆਦਮ ਤੇ ਹਵਾ ਵੈਰੀ ਤੋਂ ਸੁਚੇਤ ਨਹੀਂ ਰਹੇ ਤੇ खुदा ਫਰਗ ਸੀ ਕਿਉਂਕਿ खुदा ਨੇ ਉਹਨਾਂ ਦੇ ਵੈਰੀ ਨਾਲ ਉਹਨਾਂ ਦੀ ਜਾਣ ਪਹਿਚਾਨ ਕਰਵਾ ਦਿੱਤੀ। ਇਹ ਰੁੱਖ ਤੁਹਾਡਾ ਵੈਰੀ ਹੈ, ਇਹ ਰੁੱਖ ਦੇ ਨੇੜੇ ਨਾ ਜਾਇਓ, ਇਸ ਰੁੱਖ ਤੋਂ ਸਿੱਖਿਆ ਨਾ ਲਿਓ। ਅਗਰ ਇਹਦੇ ਨਾਲ ਸਹਿਮਤ ਹੋਗੇ ਤੇ ਤੁਹਾਨੂੰ ਕੀ ਦੇ ਸਕਦਾ ਹੈ ਭਾਈ? मौत ਕੀ ਦੇ ਸਕਦਾ ਹੈ? मौत। हाँ जी समझ आई? आमीन हालेलुया हालेलुया। वो वैरी नाल सहमत हो गए, मन गए, सहमति जता ली ते हुण एक नाल सहमति जता ली ते दूजे नाल ते वैर पैना ही सी। बाइबल च लिखिया ना आदमी दो मालकां दी कदे सेवा कर नहीं सकता। हालेलुया हालेलुया। हुण आदम हवा दोनों नाल खुदा नाल भी जीवन दे रुख नाल भी भले बुरे दे रुख नाल भी इदां सहमत कदे भी हो नहीं सन सकदे। जां ते उन्हां नूं भले बुरे दे रुख तो खाना पैना ते जां फिर उन्हां नूं जीवन दे रुख तो खाना पैना। उन्हां नूं चोण करनी पैनी है। ध्यान च रखियो पहला ओ जीवन दे रुख तो खांदे सन। हाँ जी आमीन। जीवन दे रुख तो खांदे सी। जिदन उन्होंने भले बुरे वाले रुख तो ज्ञान लेना शुरू कर दिता, खाना शुरू कर दिता है ते फिर जीवन वाले रुख के चार फिरे की लगा दी? वाड़ लगा दी। हुण तुसीं इदां नहीं आ सकते, तुहानूं एक ही साइड चुननी है। किन्ने समझ गए? आमीन। जदों पहला ही वैरी नाल जान पहचान करवा दी। अच्छा वैरी ने अपने पिछे ला के इन्हां नूं की कुछ उन्हां कोल खोलिया भाई? की कुछ खोलिया? बाइबल च लिखिया आदम ते हवा अदन बाग विच की सीगी पिए? की सीगे? नहीं पता। हाँ जी कुछ कहन लगे नहीं? पढ़ो बाइबल। उत्पत्ति पहला पाठ सभी 27-28 पढ़ते। ਤਾਂ ਖੁਦਾ ਨੇ ਆਖਿਆ कि ਅਸੀਂ ਆਦਮੀ ਨੂੰ ਆਪਣੇ ਸਰੂਪ ਉੱਤੇ ਔਰ ਆਪਣੇ ਵਰਗਾ ਬਣਾਈ। सभी तो पढ़ दो। हाँ जी आदमी ਨੂੰ ਆਪਣੇ ਸਰੂਪ ਉੱਤੇ ਹਾਂ ਆਪਣੇ ਵਰਗਾ ਬਣਾਈਏ ਅਤੇ ਉਹ ਸਮੁੰਦਰ ਦੀਆਂ ਮੱਛੀਆਂ ਸਮੁੰਦਰ ਦੀਆਂ ਮੱਛੀਆਂ ਅਤੇ ਆਕਾਸ਼ ਦੀਆਂ ਪੰਛੀਆਂ ਉੱਤੇ ਆਕਾਸ਼ ਦੀਆਂ ਪੰਛੀਆਂ ਉੱਤੇ ਅਤੇ ਡੰਗਰਾਂ ਉੱਤੇ ਸਗੋਂ ਸਾਰੀ ਧਰਤੀ ਉੱਤੇ ਅਤੇ ਧਰਤੀ ਪੁਰ ਕਿਸਰਨ ਵਾਲਿਆਂ ਉੱਤੇ ਰਾਜ ਸਾਰੀ ਧਰਤੀ ਉੱਤੇ ਤੇ ਧਰਤੀ ਉੱਤੇ ਕਿਸਰਨ ਵਾਲਿਆਂ ਦੇ ਉੱਤੇ ਕੀ ਕਰੇ ਪਈ? ਰਾਜ ਕਰੇ। ਅੱਛਾ ਹੁਣ ਦੱਸੋਗੇ ਆਦਮ ਹਵਾ ਧਰਤੀ ਉੱਤੇ ਅਦਨ ਬਾਗ ਚ ਕੀ ਸੀਗੇ? ਹੁਣ ਕਹਿ ਦੋ ਹੁਣ ਤਾਂ ਸੌਖਾ ਹੀ ਹੈ। ਰਾਜੇ। आमीन ਹਾਲੇਲੂਇਆ हालेलुया ਹਾਲੇਲੂਇਆ। हालेलुया। ਕੀ ਸੀਗੇ? राजे। राजे। ते राजा बन कौन गया बाद? शैतान। खोलिया ना ते खुदा ने ते पहले जान पहचान करा दी सी कि ये तुहाडा वैरी है, ये तुहाडीआं चीज़ां हड़प कर सकदा, तुहाडी जायदाद नूं हड़प कर सकदा। ध्यान नाल समझण दी कोशिश करो। मैं बहुत स्लो चल रहा, इन्ना स्लो कदे मैं चलिया नहीं। हालेलुया हालेलुया। स्लो इस करके चल रहे हैं ताकि मेरिया भैणां बच्चे भरा ਜਿਹੜੇ ਚੰਗੇ ਤਰੀਕੇ ਨਾਲ ਚੀਜ਼ ਨੂੰ ਸਮਝ ਸਕਣ ਕਿ ਅਸੀਂ ਆਪਣੇ ਵੈਰੀ ਤੋਂ ਸੁਚੇਤ ਰਹੀਏ। ਹਾਲੇਲੂਇਆ हालेलुया ਆਮੀਨ आमीन। ਪਹਿਲਾ ਨੰਬਰ ਉਹਨੇ ਕੀ ਖੋਲਿਆ ਉਹਨਾਂ ਦੇ ਕੋਲ?
ਅਧਿਕਾਰ ਖੋਲਿਆ ਜੋ ਆਦਮ ਹਵਾ ਦੇ ਕੋਲ ਅਧਿਕਾਰ ਸੀ। ਪਤਾ ਨਹੀਂ ਕਿੱਦਾਂ ਦੀਆਂ ਗੱਲਾਂ ਕਰਕੇ ਕਿੱਦਾਂ ਦਾ ਪ੍ਰਚਾਰ ਕਰਕੇ ਉਹਨਾਂ ਨੂੰ ਆਪਣੇ ਪਿੱਛੇ ਲਾ ਲਿਆ ਤੇ ਉਹਨਾਂ ਦਾ ਰਾਜ ਜਿਹੜਾ ਹੀ ਆਦਮ ਹਵਾ ਦੇ ਖੋਲਿਆ। ਹੁਣ ਮੈਂ ਸਾਬਤ ਕਰਾਂ, ਬਾਈਬਲ 'ਚ ਲਿਖਿਆ ਹੈ ਸ਼ੈਤਾਨ ਇਸ ਯੁੱਗ ਦਾ ਕੀ ਹੈ ਭਾਈ? ਈਸ਼ਵਰ। ਇਸ ਯੁੱਗ ਦਾ ਸਰਦਾਰ, ਬਾਈਬਲ 'ਚ ਲਿਖਿਆ ਇਸ ਯੁੱਗ ਦਾ ਸਰਦਾਰ। ਜਦੋਂ ਯਿਸੂ ਮਸੀਹ ਆਇਆ, ਮੈਂ ਇੱਕ ਵਾਰ ਕਈ ਵਾਰ ਦੱਸਿਆ ਹੈ, ਜਦੋਂ ਯਿਸੂ ਮਸੀਹ ਆਇਆ ਔਰ ਪਰਤਾਵੇ ਦੇ ਵਿੱਚ ਚਲਾ ਗਿਆ ਔਰ ਸ਼ੈਤਾਨ ਆਣ ਕੇ ਕਹਿੰਦਾ ਯਿਸੂ ਮਸੀਹ ਨੂੰ ਕਹਿੰਦਾ ਨਿਉ ਕਿ ਮੈਨੂੰ ਮੱਥਾ ਟੇਕ ਦੇ, ਮੈਂ ਸਾਰੀ ਸੰਸਾਰ ਦੀ ਪਾਤਸ਼ਾਹੀ। ਹਾਂਜੀ ਸਮਝ ਆ ਰਹੀ ਹੈ? ਕਿਹਦੇ ਕੋਲ ਚਲ ਗਈ ਹੈ? ਸ਼ੈਤਾਨ ਕੋਲ। ਹੈ ਕਿਹਦੇ ਕੋਲ ਸੀ? ਆਦਮ ਦੇ ਕੋਲ। ਸਮਝ ਰਹੇ ਨੇ ਸਾਰੇ? ਹਾਲੇਲੂਇਆ। ਕਿਹਦੇ ਕੋਲ ਸੀਗੀ? ਆਦਮ ਦੇ ਕੋਲ। ਤੇ ਹੁਣ ਖੁਦਾ ਤੇ ਫਰ ਗਿਆ ਨਾ, ਕਿਉਂਕਿ ਉਹਨੇ ਤੇ ਪਹਿਲਾਂ ਹੀ ਚੇਤਾਰ ਦਿੱਤਾ ਸੀ ਤੇ ਭਾਈ ਸੁਚੇਤ ਰਹੋ, ਇਹ ਵੈਰੀ ਤੋਂ ਸੁਚੇਤ ਰਹੋ। ਤੁਹਾਡਾ ਕੀ ਕਰੇਗਾ? ਨੁਕਸਾਨ ਕਰ ਸਕਦਾ, ਤੁਹਾਡੇ ਹੱਕ ਛੀਨ ਸਕਦਾ ਹੈ। ਅੱਜ ਮੇਰੀ ਭੈਣੋ ਤੇ ਮੇਰੇ ਭਰਾਓ, ਮੇਰੇ ਤੇ ਤੁਹਾਡੇ ਕੋਲ ਪੂਰਾ ਅਧਿਕਾਰ ਹੈ ਕਿ ਅਸੀਂ ਅਨੰਤ ਜੀਵਨ ਨੂੰ ਪ੍ਰਾਪਤ ਕਰ ਲਈਏ। ਹਾਲੇਲੂਇਆ। ਅਨੰਤ ਜੀਵਨ ਨੂੰ ਪ੍ਰਾਪਤ ਕਰ ਲਈਏ। ਸੱਚਾਈ ਨੂੰ ਜਾਣੋ ਤੇ ਸੱਚਾਈ ਤੁਹਾਨੂੰ ਆਜ਼ਾਦ ਕਰੇਗੀ। ਅੱਜ ਵੀ ਇਸ ਧਰਤੀ ਉੱਤੇ ਦੋ ਤਰ੍ਹਾਂ ਦੀਆਂ ਸਿੱਖਿਆਵਾਂ ਤੇ ਬੜੀਆਂ ਨੇ, ਪਰ ਦਰਅਸਲ ਮੈਂ ਗੱਲ ਕਰਾਂ ਦੋ ਰੁੱਖ ਅੱਜ ਵੀ ਧਰਤੀ ਉੱਤੇ, ਇੱਕ ਜੀਵਨ ਦਾ ਰੁੱਖ ਤੇ ਦੂਸਰਾ ਭਲੇ ਬੁਰੇ ਦਾ ਰੁੱਖ। ਜੀ ਅੱਜ ਵੀ ਦੋ ਤਰ੍ਹਾਂ ਦੇ ਰੁੱਖ ਨੇ, ਅੱਜ ਵੀ ਧਰਤੀ ਉੱਤੇ। ਤਾਂ ਬਾਈਬਲ 'ਚ ਲਿਖਿਆ ਸੱਚਾਈ ਨੂੰ ਜਾਣੋ ਤੇ ਸੱਚਾਈ ਤੁਹਾਨੂੰ ਆਜ਼ਾਦ ਕਰੇਗੀ। ਕਿਹਦੇ ਤੋਂ ਆਜ਼ਾਦ ਕਰੇਗੀ? ਝੂਠੀਆਂ ਸਿੱਖਿਆਵਾਂ ਤੋਂ ਆਜ਼ਾਦ ਕਰੇਗੀ ਜੇ ਸੱਚਾਈ ਨੂੰ ਜਾਣਿਆ ਜਾਏ। ਹਾਲੇਲੂਇਆ। ਅੱਜ ਵੀ ਮੇਰੇ ਤੇ ਤੁਹਾਡੇ ਕੋਲ ਪਾਪਾਂ ਦੀ ਮਾਫੀ ਪਾਉਣ ਦਾ ਪੂਰਾ ਅਧਿਕਾਰ ਹੈ। ਪੂਰਾ ਅਧਿਕਾਰ ਹੈ। ਪਰ ਅਸੀਂ ਪਾਪਾਂ ਦੀ ਮਾਫੀ ਦੇ ਲਈ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਨਾ ਲੈਣ ਕਰਕੇ ਅਸੀਂ ਆਪਣਾ ਹੱਕ ਗਵਾ ਸਕਦੇ ਹਾਂ। ਜਿਵੇਂ ਕਿ ਅਦਨ ਬਾਗ ਵਿੱਚ ਆਦਮ ਹਵਾ ਨੇ ਆਪਣਾ ਹੱਕ ਗਵਾ ਲਿਆ ਕਿਸੇ ਦੂਸਰੇ ਨੂੰ ਸੌਂਪ। ਕਿਉਂਕਿ ਬਾਈਬਲ ਦਾ ਬਿਆਨ ਹੈ, ਪੜ੍ਹਦੇ ਹੋ ਰਸੂਲਾਂ 2:38। ਜਿਹਨੂੰ ਵੀ ਮਿਲੇ ਕਿਰਪਾ ਕਰਕੇ ਜਲਦੀ ਇਸ ਨੂੰ ਪੜ੍ਹਦੇ। ਵੈਰੀ ਤੋਂ ਸੁਚੇਤ ਰਹਿਣਾ। ਜਾਂ ਉਹਨਾਂ ਨੇ ਸੁਣਿਆ, ਹਾਂਜੀ, ਜਾਂ ਉਹਨਾਂ ਨੇ ਸੁਣਿਆ ਤਾਂ ਉਹਨਾਂ ਦੇ ਦਿਲ ਸਿੱਧ ਗਏ ਅਤੇ ਪਤਰਸ ਤੇ ਬਾਕੀ ਦੇ ਰਸੂਲਾਂ ਨੂੰ ਕਿਹਾ। ਕਿੰਨਾ ਪੜ੍ਹ ਰਹੇ ਹੋ ਤੁਸੀਂ? ਹਾਂਜੀ 36 ਤੋਂ ਪੜ੍ਹ ਦੋ। 36 ਤੋਂ ਪੜ੍ਹ ਦੋ। ਉਪਰੰਤ ਇਸਰਾਇਲ ਦਾ ਸਾਰਾ ਘਰਾਣਾ ਪੱਕ ਜਾਣੇ। ਹੁਣ ਕਹਾਣੀ ਉਦੋਂ ਦੀ ਆ, ਧਿਆਨ ਨਾਲ ਸੁਣਿਓ। ਕਹਾਣੀ ਉਦੋਂ ਦੀ ਆ ਜਦੋਂ ਯਿਸੂ ਮਸੀਹ ਨੂੰ ਜੀਵਨ ਦੇ ਰੁੱਖ ਨੂੰ ਲੋਕਾਂ ਨੇ ਨਾ ਪਹਿਚਾਣਿਆ ਤੇ ਸਲੀਬ ਉੱਤੇ ਵਾਇਦੋਂਗੇ ਸਲੀਬ ਉੱਤੇ ਚਾੜ ਦਿੱਤਾ। ਹੁਣ ਪਵਿੱਤਰ ਆਤਮਾ ਚੇਲਿਆਂ ਉੱਤੇ ਉਤਰ ਆਇਆ ਔਰ ਚੇਲਿਆਂ ਨੇ ਪ੍ਰਚਾਰ ਕਰਨਾ ਸ਼ੁਰੂ ਕੀਤਾ ਹੈ। ਕੀ ਕਹਿਣ ਲੱਗੇ ਨੇ ਚੇਲੇ? ਹੁਣ ਪੜਿਓ। ਭਈ ਇਸੇ ਯਿਸੂ ਨੂੰ ਜਿਹਨੂੰ ਤੁਸੀਂ ਸਲੀਬ ਉੱਤੇ ਚਾੜਿਆ। ਏ ਇਜ਼ਰਾਈਲੀਓ, ਗਲੀਲੀ ਤੇ ਰਹਿਣ ਵਾਲਿਓ, ਇਸੇ ਯਿਸੂ ਨੂੰ ਜਿਹਨੂੰ ਤੁਸੀਂ ਸਲੀਬ ਉੱਤੇ ਚਾੜ ਦਿੱਤਾ ਹੈ, ਖੁਦਾ ਨੇ ਉਸ ਨੂੰ ਪ੍ਰਭੂ ਵੀ ਅਤੇ ਮਸੀਹ ਵੀ। ਖੁਦਾ ਨੇ ਉਸੇ ਯਿਸੂ ਨੂੰ ਪ੍ਰਭੂ ਵੀ ਤੇ ਮਸੀਹ ਵੀ ਕੀਤਾ। ਪੜੀਏ। ਜਾਂ ਉਹਨਾਂ ਨੇ ਸੁਣਿਆ ਵੀ ਉਹ ਪ੍ਰਭੂ ਸੀ, ਉਹ ਹੀ ਮਸੀਹ ਸੀ। ਕਿਉਂਕਿ ਲੋਕ ਯਿਸੂ ਨੂੰ ਯਿਸੂ ਤਾਂ ਮੰਨਦੇ ਸੀ ਕਿ ਪਰ ਉਹ ਮਸੀਹ ਨਹੀਂ ਸਨ ਮੰਨਦੇ। ਹਾਲੇਲੂਇਆ। ਅੱਜ ਵੀ ਓਨਲੀ ਜੀਸਸ ਵਾਲੀ ਧਰਤੀ ਉੱਤੇ ਹੈਗੇ ਨੇ ਜਿਹੜੇ ਯਿਸੂ ਨੂੰ ਯਿਸੂ ਤਾਂ ਮੰਨਦੇ ਨੇ ਪਰ ਉਹਨੂੰ ਮਸੀਹ ਨਹੀਂ ਮੰਨਦੇ। ਹਾਲੇਲੂਇਆ। ਸਮਝ ਆ ਰਹੀ ਹੈ? ਆਮੀਨ। ਇਸ ਕਰਕੇ ਹੋ ਸਕਦਾ ਕਈ ਸੇਵਾਦਾਰ ਸਾਨੂੰ ਕਹਿੰਦੇ ਹੋਣਗੇ ਵੀ ਇਹ ਓਨਲੀ ਜੀਸਸ ਆ। ਅਸੀਂ ਓਨਲੀ ਜੀਸਸ ਨਹੀਂ ਹਾਂ। ਧਿਆਨ ਚ ਰੱਖਿਓ। ਹਾਲੇਲੂਇਆ। ਆਮੀਨ। ਹਾਂਜੀ ਪੜ੍ਹੀਏ। ਇਸੇ ਯਿਸੂ ਨੂੰ ਜਿਹਨੂੰ ਤੁਸੀਂ ਸਲੀਬ ਉੱਤੇ ਚਾੜ ਦਿੱਤਾ ਹੈ, ਖੁਦਾ ਨੇ ਉਸ ਨੂੰ ਪ੍ਰਭੂ ਵੀ ਤੇ ਮਸੀਹ ਵੀ ਕੀਤਾ। ਪੜ੍ਹੀਏ। ਜਾਂ ਉਹਨਾਂ ਨੇ ਸੁਣਿਆ ਵੀ ਅੱਛਾ ਉਹ ਮਸੀਹ ਸੀ।
ਜਿਹਨੂੰ ਅਸੀਂ ਸਰੀਰ ਚਾੜ ਦਿੱਤਾ ਹੈ। ਹਾਂਜੀ ਪੜ੍ਹੀਏ। ਤਾਂ ਉਹਨਾਂ ਦੇ ਦਿਲ ਛਿੱਦ ਗਏ, ਉਹਨਾਂ ਦੇ ਦਿਲ ਪਾਣੀਓ ਪਾਣੀ ਹੋ ਗਏ, ਉਹਨਾਂ ਦੇ ਦਿਲ ਬੜੇ ਅੰਬਲ ਹੋ ਗਏ, ਪਛਤਾਪ ਹਿਰਦਾ ਉਹਨਾਂ ਦਾ ਹੋ ਗਿਆ। ਓਹੋ ਬੜੀ ਗਲਤੀ ਕਰ ਲਈ, ਬੜੀ ਗਲਤੀ ਕਰ ਲਈ ਅਸੀਂ, ਉਹ ਮਸੀਹ ਨੂੰ ਸਰੀਰ ਚਾੜ ਦਿੱਤਾ। ਹਾਂਜੀ ਪਛਤਾਪ ਆਉਣ ਲੱਗਿਆ ਤੇ ਕੀ ਕਹਿਣ ਲੱਗੇ ਨੇ? ਅਤੇ ਪਤਰਸ ਤੇ ਬਾਕੀ ਦੇ ਰਸੂਲਾਂ ਨੂੰ ਕਿਹਾ, ਪਤਰਸ ਤੇ ਬਾਕੀ ਦੇ ਰਸੂਲਾਂ ਨੂੰ ਕਹਿਣ ਲੱਗੇ, ਹੇ ਭਾਈਓ ਅਸੀਂ ਕੀ ਕਰੀਏ? ਓਹੋ ਹੁਣ ਭਾਈਓ ਦੱਸੋ ਅਸੀਂ ਕੀ ਕਰੀਏ? ਉਹ ਤਾਂ ਜੋ ਹੋਣਾ ਸੀ ਹੋਣਾ ਹੋ ਗਿਆ। ਸਾਨੂੰ ਨਹੀਂ ਸੀ ਪਤਾ ਕਿ ਉਹ ਮਸੀਹ ਹੈ, ਸਾਨੂੰ ਨਹੀਂ ਸੀ ਪਤਾ ਉਹ ਪ੍ਰਭੂ ਹੈ। ਅਸੀਂ ਤਾਂ ਯਿਸੂ ਸਮਝ ਕੇ, ਇੱਕ ਉਹਨੂੰ ਗਲਤ ਸਮਝ ਕੇ ਉਹਦੇ ਵਿਰੋਧ ਵਿੱਚ ਆ ਗਏ। ਅਸੀਂ ਤਾਂ ਮਸੀਹਾ ਦੀ ਉਡੀਕ ਵਿੱਚ ਸੀਗੇ, ਪਰ ਅਸੀਂ ਤਾਂ ਉਹਨੂੰ ਮਸੀਹ ਸਮਝਿਆ ਹੀ ਨਹੀਂ। ਅਸੀਂ ਤਾਂ ਉਹਦੇ ਵਿਰੋਧ ਵਿੱਚ ਬੋਲਦੇ ਰਹੇ, ਅਸੀਂ ਤਾਂ ਉਹਦੀਆਂ ਨੁਕਤਾਚੀਨੀਆਂ ਕਰਦੇ ਰਹੇ। ਹਾਂ ਜਦੋਂ ਫਰੀਸੀ ਫੜਨ ਵਾਸਤੇ ਆਏ ਅਸੀਂ ਸਹਿਮਤ ਹੋ ਗਏ ਇਹ ਮਸੀਹ ਹੈ ਨਹੀਂ, ਕਿਉਂਕਿ ਸੱਚੇ ਨੂੰ ਉਹਨਾਂ ਨੇ ਝੂਠਾ ਮੰਨ ਲਿਆ, ਇਹ ਝੂਠਾ ਹੈ। ਪਿਆਰਿਓ ਕਿਤੇ ਇਹੋ ਜਿਹੀ ਗਲਤੀ ਕਿਤੇ ਅਸੀਂ ਵੀ ਨਾ ਕਰ ਬੈਠੀ। ਕਿੰਨੇ ਮੇਰੇ ਨਾਲ? ਆਮੀਨ। ਹਾਲੇਲੂਇਆ। ਹਾਲੇਲੂਇਆ। ਸੱਚੇ ਨੂੰ ਕੀ ਮੰਨ ਬੈਠੇ? ਝੂਠਾ। ਉਹਦੇ ਵਿਰੋਧ ਵਿੱਚ ਆ ਕੇ ਉਹਨੂੰ ਮਾਰਨ ਤੱਕ, ਸਲੀਬ ਉੱਤੇ ਚੜਾਉਣ ਤੱਕ ਉਹਨਾਂ ਨੇ ਉਹਦਾ ਪਿੱਛਾ ਕੀਤਾ ਹੈ, ਸੱਚਾਈ ਦਾ ਵਿਰੋਧ ਕੀਤਾ ਹੈ। ਸਮਾਂ ਆ ਗਿਆ ਜਦੋਂ ਪਤਾ ਲੱਗ ਗਿਆ ਹੋਏ ਮਸੀਹ ਸੀਗਾ। ਬਾਈਬਲ 'ਚ ਲਿਖਿਆ ਉਹਨਾਂ ਦੇ ਦਿਲ ਸਿੱਧ ਗਏ ਤੇ ਪਤਰਸ ਤੇ ਬਾਕੀ ਦੇ ਰਸੂਲਾਂ ਨੂੰ ਕਹਿਣ ਲੱਗੇ, ਕੀ ਕਹਿਣ ਲੱਗੇ? ਹੇ ਭਾਈਓ ਹੁਣ ਅਸੀਂ ਕੀ ਕਰ ਲਿਆ? ਪਾਪ। ਸਮਝ ਆਈ? ਆਮੀਨ। ਕੀ ਕਰ ਲਿਆ? ਪਾਪ। ਪਾਪ ਕਰ ਲਿਆ। ਹੁਣ ਅਸੀਂ ਕੀ ਕਰੀਏ? ਪੜ੍ਹੀ ਅੱਗੇ ਕੀ ਲਿਖਿਆ ਹੈ? ਤਦ ਪਤਰਸ ਨੇ ਉਹਨਾਂ ਨੂੰ ਆਖਿਆ, ਫਿਰ ਪਤਰਸ ਨੇ ਉਹਨਾਂ ਨੂੰ ਆਖਿਆ, ਤੌਬਾ ਕਰੋ। ਹਾਲੇਲੂਇਆ। ਇਹ ਭਾਈਓ ਅਸੀਂ ਕੀ ਕਰੀਏ? ਕੀ ਕਰੀਏ? ਪਤਰਸ ਕਹਿੰਦਾ ਇੱਕ ਹੱਲ ਹੈਗਾ ਆ। ਹਾਲੇਲੂਇਆ। ਹਾਲੇਲੂਇਆ। ਹਾਂਜੀ ਸਮਝ ਆ ਰਹੀ ਹੈ ਭਾਈ? ਆਮੀਨ। ਇੱਕ ਹੱਲ ਹੈਗਾ। ਠੀਕ ਹੈ, ਟੈਨਸ਼ਨ ਨਾ ਲਓ, ਉਦਾਸ ਨਾ ਹੋਵੇ। ਇੱਕ ਹੱਲ ਹੈਗਾ। ਤੁਸੀਂ ਗਲਤੀ ਕਰ ਲਈ, ਤੁਸੀਂ ਪਾਪ ਕਰ ਲਿਆ, ਪਰ ਇੱਕ ਹੱਲ ਹੈਗਾ। ਹੈਗਾ ਆ। ਇਹਦੀ ਮਾਫੀ ਦਾ ਕੋਈ ਨਾ ਕੋਈ ਹੱਲ ਹੈਗਾ ਆ। ਇਸ ਕਰਕੇ ਪਤਰਸ ਨੇ ਆਖਿਆ, ਹੇ ਭਾਈਓ ਕੀ ਕਰੋ ਭਾਈ? ਤੋਬਾ ਕਰੋ। ਕੀ ਕਰੋ? ਪਹਿਲਾਂ ਤੋਬਾ ਕਰੋ। ਮੈਂ ਤੋਬਾ ਦਾ ਮਤਲਬ ਪਹਿਲਾਂ ਕਈ ਵਾਰੀ ਸਮਝਾਇਆ ਹੈ, ਹੋ ਸਕਦਾ ਸਮਝ ਵਿੱਚ ਹੋਵੇ। ਹਾਲੇਲੂਇਆ। ਹਾਲੇਲੂਇਆ। ਅੱਛਾ ਤੋਬਾ ਕਰੋ ਅਤੇ ਤੁਹਾਡੇ ਵਿੱਚੋਂ ਹਰੇਕ ਆਪੋ ਆਪਣੇ ਪਾਪਾਂ ਦੀ ਮਾਫੀ ਦੇ ਲਈ, ਤੇ ਤੁਹਾਡੇ ਵਿੱਚੋਂ ਹੁਣ ਹਰ ਇੱਕ ਜਾਣਾ ਜਿਹੜਾ ਤੁਸੀਂ ਪਾਪ ਕੀਤਾ, ਇਸ ਪਾਪ ਦੀ ਮਾਫੀ ਦੇ ਲਈ ਯਿਸੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਲਵੇ। ਕਿਹਦੇ ਨਾਮ ਵਿੱਚ?